ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਇੱਕ ਭਰਿਆ ਪੂਰਾ ਦਿਨ ਦਾ ਦੂਸਰਾ ਅੰਗ। ਥਰਕਣਾ ਵਾਈਬ੍ਰੇਟ ਜ਼ਿੰਦਗੀ ਦਾ ਦੂਸਰਾ ਨਾਂ ਹੈ। ਸਵੇਰ ਦੇ ਤਕਰੀਬਨ 5:20। ਘੜੀ ਆਪਣੀ ਰਫ਼ਤਾਰ ਨਾਲ ਚੱਲਦੀ ਰਹਿੰਦੀ ਹੈ। ਕੁਦਰਤ ਵੀ ਘੜੀ ਵਾਂਗ ਚੱਲਦੀ ਹੈ, ਜਾਂ ਕੁਦਰਤ ਨੂੰ ਨੀਝ ਨਾਲ ਦੇਖ ਪਰਖ ਕੇ ਮਨੁੱਖ ਨੇ ਘੜੀ ਬਣਾਈ ਹੈ। ਮਨੁੱਖ ਦੀ ਘੜੀ ਹੌਲੀ ਵੀ ਹੋ ਜਾਂਦੀ ਹੈ, ਰੁਕ ਵੀ ਜਾਂਦੀ ਹੈ, ਜੇਕਰ ਘੜੀ ਵਰਤਣ ਵਾਲਾ ਅਵੇਸਲਾ ਹੋਵੇ, ਸੁਸਤ ਹੋਵੇ। ਰੂਟੀਨ ਜਾਂ ਇਕਸਾਰਤਾ ਦਾ ਸਵਾਲ ਇੰਨਾ ਸੌਖਾ ਨਹੀਂ ਹੈ ਹੱਲ ਕਰਨਾ। ਜੇਕਰ ਬੋਰੀਅਤ ਅਕੇਵਾਂ ਹੁੰਦਾ ਹੈ ਤਾਂ ਉਸ ਨਾਲ ਨਜਿੱਠਣਾ ਮਨੁੱਖ ਨੂੰ ਆਉਂਦਾ ਹੈ, ਨਹੀਂ ਤਾਂ ਸਿੱਖਣਾ ਚਾਹੀਦਾ ਹੈ। ਕੁਦਰਤ ਨੇ ਇਸ ਰੂਟੀਨ ਨੂੰ ਆਪਣੇ ਅੰਦਾਜ਼ ਨਾਲ ਭਰਪੂਰਤਾ ਬਖਸ਼ੀ ਹੈ। ਧਰਤੀ ਸੂਰਜ ਨੂੰ ਕੇਂਦਰ ਮੰਨ ਕੇ ਉਹਦੇ ਦੁਆਲੇ ਗੋਲ ਆਕਾਰ 'ਚ ਚੱਕਰ ਨਹੀਂ ਲਗਾਉਂਦੀ। ਉਹਦਾ ਰਾਹ ਅੰਡੇ ਦੀ ਸ਼ਕਲ ਵਰਗਾ ਹੈ। ਧਰਤੀ ਆਪਣੇ ਧੁਰੇ ਦੁਆਲੇ ਵੀ 24 ਘੰਟਿਆਂ 'ਚ ਇੱਕ ਚੱਕਰ ਲਗਾਉਂਦੀ ਹੈ। ਉਹਦਾ ਧੁਰਾ ਵੀ ਸਿੱਧਾ ਨਾ ਹੋ ਕੇ ਇੱਕ ਪਾਸੇ ਵੱਲ ਥੋੜ੍ਹਾ ਜਿਹਾ ਝੁਕਿਆ ਹੋਇਆ ਹੈ। ਉਹਦਾ ਨਤੀਜਾ ਕੀ ਨਿਕਲਿਆ? ਤੁਸੀਂ ਦੇਖੋ, ਕੁਦਰਤ ਨੇ ਰੂਟੀਨ ਨੂੰ ਕਿਵੇਂ ਸੁਹੱਪਣ ਬਖਸ਼ਿਆ ਅਤੇ ਵੰਨ ਸੁਵੰਨਤਾ ਨਾਲ ਭਰ ਲਿਆ। ਚੰਨ ਸੂਰਜ ਲੁਕਣ ਮਿੱਟੀ ਖੇਡਦੇ ਹਨ। ਚੰਨ ਕਈ ਦਿਨ ਗੁੰਮ ਵੀ ਹੋ ਜਾਂਦਾ ਹੈ। ਦੂਸਰੇ ਪਾਸੇ ਕਦੇ ਫੁੱਲਾਂ ਦਾ ਮੌਸਮ, ਕਦੇ ਪਤਝੜ, ਕਦੇ ਮੀਂਹ ਗਰਮੀ, ਅਤੇ ਕਦੇ ਇਹਦੇ ਉਲਟ ਠੁਰ ਕਰਦੀ ਰਜਾਈਆਂ 'ਚ ਵਾੜਦੀ ਠੰਡ ਅਤੇ ਅੰਗੀਠੀਆਂ ਦਾ ਸੇਕ। ਸਿਰਫ ਮਾਮੂਲੀ ਜਿਹੀ ਤਬਦੀਲੀ ਨੇ ਕਿੰਨੇ ਹੀ ਮਾਣਨਯੋਗ ਪਲਾਂ ਦੇ ਰੂਬਰੂ ਕਰਵਾ ਦਿੱਤਾ। ਚਾਹ ਪੀ ਲਈ ਹੈ। ਮੈਂ ਫਿਰ ਤੋਂ ਸਿੱਧਾ ਲੇਟ ਗਿਆ, ਪਿੱਠ ਦੇ ਭਾਰ। ਹੁਣ ਮੈਂ ਇਸ ਮੁਦਰਾ 'ਚ 10 ਕੁ ਮਿੰਟਾਂ ਲਈ ਸਰੀਰਕ ਹਰਕਤ, ਕਸਰਤ, ਭਾਵੇਂ ਯੋਗਾ ਕਹਿ ਲਓ, ਉਹ ਕਰਾਂਗਾ। ਜੋ ਕਸਰਤ ਮੈਂ ਕਰਦਾ ਉਹਨੂੰ ਮੈਡੀਕਲ ਵਿਗਿਆਨ ਦੇ ਤਹਿਤ ਸਰੀਰ ਢਿੱਲਾ ਛੱਡਣ, ਰਿਲੈਕਸਿੰਗ ਐਕਸਰਸਾਈਜ਼ ਕਹਿੰਦੇ ਨੇ। ਇਸ ਕਸਰਤ ਦੀ ਵਿਗਿਆਨਕ ਵਿਆਖਿਆ ਹੋਈ ਹੈ ਅਤੇ ਇਹਦੇ ਨਤੀਜੇ ਸਿਹਤ ਦੇ ਖੇਤਰ ਵਿੱਚ ਪ੍ਰਵਾਨ ਹੋਈ ਹੈ। ਇਸ ਕਸਰਤ ਵਿੱਚ ਸਾਰੇ ਸਰੀਰ ਨੂੰ ਢਿੱਲਾ, ਸ਼ਾਂਤ ਛੱਡ ਕੇ ਡੂੰਘੇ ਲੰਮੇ ਸਾਹ ਲੈਣੇ ਹੁੰਦੇ ਹੈ। ਵੈਸੇ ਆਮ ਤੌਰ 'ਤੇ ਆਪਾਂ 1 ਮਿੰਟ 'ਚ 16-17 ਸਾਹ ਲੈਂਦੇ ਹਾਂ, ਜੋ ਕਿ ਸਾਨੂੰ ਮਹਿਸੂਸ ਵੀ ਨਹੀਂ ਹੁੰਦੇ। ਇਸ ਕਸਰਤ ਦੌਰਾਨ ਇਹ 10 ਕੁ ਲੈਣੇ ਹੁੰਦੇ ਹੈ। ਜੇਕਰ ਇਹਨੂੰ ਕਿਸੇ ਦੀ ਜ਼ਿੰਦਗੀ ਦੀ ਉਮਰ ਨਾਲ, ਇੱਕ ਪ੍ਰਚਲਿਤ ਮਿੱਥ ਨਾਲ ਸਮਝੀਏ, ਜਿੱਥੇ ਸਾਹਾਂ ਦੀ ਗਿਣਤੀ ਮੁਤਾਬਕ ਹੀ ਉਮਰ ਹੁੰਦੀ ਹੈ, ਤਾਂ ਇੱਥੇ ਉਚੇਚੇ ਤੌਰ 'ਤੇ ਘੱਟ ਸਾਹ ਲੈਣਾ ਉਮਰ ਲੰਬੀ ਹੋਣ ਦਾ ਸੂਚਕ ਬਣਦਾ ਹੈ। ਮੈਂ ਇਸ ਕਸਰਤ ਨੂੰ ਸਮਾਈਲਿੰਗ ਆਸਣ ਕਹਿੰਦਾ ਹਾਂ। ਆਸਣ ਮੁਸਕਾਨ। ਮੈਂ ਲੇਟ ਕੇ ਆਸਣ ਕਰਦਾ। ਸਭ ਤੋਂ ਪਹਿਲਾਂ ਸ਼ੁਰੂ 'ਚ ਮੱਥੇ ਨੂੰ ਕਹਿੰਦਾ ਸਮਾਈਲ। ਮੁਸਕਰਾਹਟ ਨੂੰ ਲੈ ਕੇ ਬਹੁਤ ਤਸ਼ਬੀਹਾਂ ਹਨ। ਫਿਰ ਆਪਣੇ ਮੱਥੇ ਨੂੰ ਖੁਸ਼ ਹੁੰਦੇ, ਸਮਾਈਲ ਕਰਦੇ ਹੋਏ ਮਹਿਸੂਸ ਕਰਦਾ ਹਾਂ। ਇਸੇ ਤਰ੍ਹਾਂ ਇੱਕ ਕਰਕੇ ਨੱਕ, ਅੱਖਾਂ, ਬੁੱਲ੍ਹ, ਠੋਡੀ, ਗਰਦਨ, ਮੋਢੇ ਅਤੇ ਪੈਰਾਂ ਦੀਆਂ ਉਂਗਲਾਂ ਤੱਕ ਨੂੰ ਮੁਸਕਰਾਉਣ ਲਈ ਕਹਿਣਾ ਅਤੇ ਮਹਿਸੂਸ ਕਰਦਾ ਅੰਤ ਸਾਰੇ ਸਰੀਰ ਨੂੰ, ਮੱਥੇ ਤੋਂ ਪੈਰਾਂ ਤੱਕ ਇਹ ਮੁਸਕਰਾਹਟ ਮਹਿਸੂਸ ਕਰਦਾ ਅਤੇ ਫਿਰ ਕੁਝ ਕੁ ਡੂੰਘੇ ਸਾਹ ਲੈਂਦਾ ਹਾਂ। ਜਦੋਂ ਮੈਂ ਮੈਡੀਕਲ ਵਿਗਿਆਨ ਦੀ ਵਿਆਖਿਆ ਨਾਲ ਇਸ ਆਸਣ ਦੀ ਪ੍ਰਵਾਨਗੀ ਦੀ ਗੱਲ ਨਾਲ ਜੋੜਦਾ ਤਾਂ ਇਸ ਤੱਥ ਦਾ ਆਧਾਰ ਹੈ, ਇਸ ਆਸਣ ਨਾਲ ਤਣਾਅ ਪੈਦਾ ਕਰਨ ਵਾਲੇ ਸਰੀਰ ਦੇ ਹਾਰਮੋਨ ਐਡਰੀਨਾਲਿਨ ਆਦਿ ਘਟ ਜਾਂਦੇ ਹਨ ਅਤੇ ਮਨ ਨੂੰ ਸ਼ਾਂਤ ਅਤੇ ਖੁਸ਼ ਰੱਖਣ ਵਾਲੇ ਹਾਰਮੋਨ ਇੰਡਾਰਫਿਨ ਵੱਧ ਜਾਂਦੇ ਹਨ। ਇਹ ਹਾਰਮੋਨ ਤਣਾਅ ਘਟਾਉਂਦੇ ਹਨ ਅਤੇ ਦਰਦ ਨਿਵਾਰਕ ਹਨ। ਦਰਅਸਲ ਮੈਂ ਵਿਗਿਆਨ ਦਾ ਪੱਲਾ ਕਦੇ ਨਹੀਂ ਛੱਡਿਆ। ਮੈਂ ਇਸ ਸਮਝ ਤਹਿਤ ਜ਼ਿੰਦਗੀ ਦੀ ਹਰ ਹਰਕਤ ਦੀ ਵਿਆਖਿਆ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹਾਂ। ਉਹ ਚਾਹੇ ਖੁਰਾਕ ਦੀ ਚੋਣ ਹੋਵੇ, ਜਾਂ ਸਾਹਿਤ ਦਾ ਸਿਹਤ ਨਾਲ ਸੰਬੰਧ, ਜਾਂ ਗੋਸ਼ਟੀਆਂ, ਸੈਮੀਨਾਰਾਂ ਵਿੱਚ ਸ਼ਿਰਕਤ, ਜਾਂ ਆਪਣੇ ਵਿਚਾਰ ਪ੍ਰਗਟਾਵੇ ਲਈ ਲਿਖਣ ਦੀ ਗੱਲ। ਮੈਂ ਕਿਸੇ ਵੀ ਗੱਲ ਨੂੰ ਸੁਣਨ ਪੜ੍ਹਨ ਤੋਂ ਬਾਅਦ, ਪ੍ਰਵਾਨ ਕਰਨ ਤੋਂ ਪਹਿਲਾਂ ਪਰਖਣ ਦੀ ਕੋਸ਼ਿਸ਼ ਕਰਦਾ ਅਤੇ ਫਿਰ ਉਹਨੂੰ ਅਪਣਾਉਣ ਵੱਲ ਜਾਂਦਾ। ਇਹ ਨਿਰੰਤਰ ਮੇਰੇ ਸੁਭਾਅ ਦਾ ਹਿੱਸਾ ਬਣੇ ਹਨ। ਮੈਂ ਆਪਣੇ ਨਾਲ ਊਸ਼ਾ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਹਿੰਦਾ। ਉਹ ਕਰਦੀ ਵੀ ਹੈ, ਪਰ ਉਹਦੀ ਰੂਟੀਨ ਨਹੀਂ ਹੈ। ਚਾਹ ਦੇ ਖਾਲੀ ਕੱਪ ਰੱਖਣ ਗਈ ਨੂੰ ਕਈ ਹੋਰ ਕੰਮ ਚੇਤੇ ਆ ਜਾਂਦੇ ਹਨ ਅਤੇ ਉਹ ਖੁੰਝ ਜਾਂਦੀ ਹੈ। ਯੋਗਾ ਦੇ ਕਸਰਤ ਹਰਕਤ ਦੇ ਆਪਣੇ ਫਾਇਦੇ ਹਨ। ਹੁਣ ਇਹਨੂੰ ਵੱਡੇ ਪੱਧਰ 'ਤੇ ਮਾਨਤਾ ਦਿਵਾਈ ਗਈ ਹੈ। ਇਹਦੀ ਇੱਕ ਖੂਬੀ ਸ਼ਾਂਤ ਚਿੱਤ ਤਣਾਅ ਮੁਕਤੀ ਨੂੰ ਉਭਾਰ ਕੇ, ਜਿਸ ਦੀ ਕਿ ਦੁਨੀਆ ਨੂੰ ਲੋੜ ਵੀ ਹੈ। ਪਰ ਇਸ ਯੋਗਾ ਨੂੰ ਹਰ ਬਿਮਾਰੀ ਲਈ ਰਾਮਬਾਣ ਕਹਿ ਕੇ ਪ੍ਰਚਾਰਨ ਵਾਲਿਆਂ ਸਾਹਮਣੇ ਮੇਰੇ ਮਨ 'ਚ ਇੱਕ ਸਵਾਲ ਹਮੇਸ਼ਾ ਰਿਹਾ ਹੈ, ਖਾਸ ਕਰ ਸਾਡੇ ਵਰਗੇ ਗਰੀਬ ਮੁਲਕ ਵਿੱਚ, ਕਿ ਯੋਗਾ ਭੁੱਖੇ ਦੇ ਪੇਟ ਵਿੱਚ ਰੋਟੀ ਦਾ ਅਹਿਸਾਸ ਪੈਦਾ ਕਰਕੇ ਵਿਖਾਵੇ।
ਛੋਟੇ ਛੋਟੇ ਰੋਂਦੇ ਵਿਲਕਦੇ ਬੱਚਿਆਂ ਦੀਆਂ ਮਾਸੂਮ ਜਿਹੀਆਂ ਖਾਸ਼ਾਂ ਦੀ ਅਪੂਰਤੀ ਨੂੰ ਸ਼ਾਂਤ ਕਰਕੇ ਵਿਖਾਵੇ। ਇਹ ਤਾਂ ਮੈਨੂੰ ਅਮੀਰ ਲੋਕਾਂ ਦੀ ਭਰੇ ਪੂਰੇ ਢਿੱਡ ਵਾਲਿਆਂ ਦੀ ਬੇਚੈਨੀ ਨੂੰ ਕੁਝ ਠੱਲ ਪਾਉਣ ਦਾ ਜ਼ਰੀਆ ਵੱਧ ਲੱਗਦਾ ਹੈ। ਇਹ ਪ੍ਰਭਾਵੀ ਜ਼ਰੂਰ ਹੈ, ਪਰ ਰਾਮਬਾਣ ਨਹੀਂ। ਮੈਂ ਭਾਵੇਂ ਸਮਾਈਲ ਆਸਣ ਕਰਦਾ, ਮੇਰੇ ਤੋਂ ਸ਼ਾਂਤ ਚਿੱਤ ਦੀ ਮੰਗ ਕੀਤੀ ਜਾਂਦੀ ਹੈ, ਪਰ ਮੇਰਾ ਦਿਮਾਗ ਕਦੇ ਕਦੇ ਦੂਜੇ ਪਾਸੇ ਵੀ ਚਲਾ ਜਾਂਦਾ ਹੈ, ਆਦਤਨ। ਊਸ਼ਾ ਭਾਵੇਂ ਮੇਰੇ ਨਾਲ ਪਈ ਆਸਣ ਕਰਦੀ ਹੋਵੇ ਜਾਂ ਰਸੋਈ ਵਾਲੇ ਪਾਸੇ ਹੋਵੇ, 10 ਕੁ ਮਿੰਟਾਂ ਨੂੰ ਕਮਰੇ 'ਚ ਪਏ ਵਾਈਬ੍ਰੇਟਰ ਨੂੰ ਬੈੱਡ ਦੇ ਨੇੜੇ ਕਰਦੀ ਹੈ, ਉਹਨੂੰ ਚਾਲੂ ਕਰਦੀ ਹੈ। ਤੱਤ ਫਟ ਮੈਂ ਵੀ ਬੈੱਡ ਦੇ ਉਸ ਕਿਨਾਰੇ ਕੋਲ ਆ ਜਾਣਾ ਜਿੱਥੇ ਵਾਈਬ੍ਰੇਟਰ ਪਿਆ ਹੁੰਦਾ ਹੈ। ਵਾਈਬ੍ਰੇਟਰ ਥਰਥਰਾਉਣ ਵਾਲੀ ਮਸ਼ੀਨ। ਇਹਦੇ ਉੱਪਰਲੇ ਤਲ 'ਤੇ ਮੋਟੇ ਮੋਟੇ ਉਭਾਰ ਹਨ। ਅੱਜ ਕੱਲ੍ਹ ਵੈਸੇ ਅਜਿਹੀਆਂ ਹਵਾਈ ਚੱਪਲਾਂ ਅਤੇ ਬੂਟ ਵੀ ਆ ਗਏ ਹੈ ਜੋ ਪੈਰਾਂ ਦੀਆਂ ਤਲੀਆਂ ਉੱਪਰ ਦਬਾਅ ਪਾਉਂਦੇ ਹੈ ਅਤੇ ਪੈਰਾਂ ਦੀਆਂ ਨਸਾਂ ਨੂੰ ਉਤੇਜਿਤ ਕਰਕੇ ਸਰੀਰ ਨੂੰ ਸਿਹਤਮੰਦ ਕਰਦੇ ਹੈ। ਇਹ ਐਕਿਊਪ੍ਰੈਸ਼ਰ ਥੈਰੇਪੀ ਵਾਲਿਆਂ ਦੀ ਕਾਢ ਸਦਕਾ ਹੈ। ਇਹ ਸਾਡੇ ਵਿਕਾਸ ਨੂੰ ਸਮਝਣ ਦਾ ਇੱਕ ਤਰੀਕਾ ਵੀ ਹੋ ਸਕਦਾ ਹੈ ਕਿ ਪਹਿਲਾਂ ਅਸੀਂ ਆਪਣੇ ਤੁਰਨ ਲਈ ਜ਼ਮੀਨ ਸਮਤਲ ਕੀਤੀ, ਉੱਥੋਂ ਦੇ ਰੋੜੇ ਪੱਥਰ ਪਾਸੇ ਕੀਤੇ ਅਤੇ ਹੁਣ ਨਸਾਂ ਨੂੰ ਸਜੀਵਤਾ ਬਖਸ਼ਣ ਲਈ ਖੁਦ ਪੈਰਾਂ ਦੇ ਤਲਾਂ ਲਈ ਉਭਾਰ ਬਣਾ ਕੇ ਸਿਹਤ ਦੀ ਵਿਆਖਿਆ ਕਰ ਰਹੇ ਹਾਂ। ਮੈਂ ਵਾਈਬ੍ਰੇਟਰ ਨੂੰ ਉਦੋਂ ਚੁਣਿਆ ਜਦੋਂ ਮੇਰੇ ਪੈਰਾਂ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਇਸ ਹਾਲਤ ਨੂੰ ਨਿਊਰੋਪੈਥੀ ਕਿਹਾ ਜਾਂਦਾ ਹੈ। ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਕਹਿ ਸਕਦਾ ਕਿ ਮਾਂ ਦੀ ਮਾਂ ਯਾਦ ਆ ਜਾਂਦੀ ਹੈ। ਉਹਨੂੰ ਮੁਹਾਵਰੇ 'ਚ ਨਾਨੀ ਯਾਦ ਆਉਣੀ ਕਹਿੰਦੇ ਨੇ। ਮੈਨੂੰ ਮਾਂ ਹੀ ਯਾਦ ਆਉਂਦੀ ਕਿਉਂਕਿ ਮੇਰਾ ਵਾਸਤਾ ਨਾਨੀ ਨਾਲ ਘੱਟ ਹੀ ਪਿਆ। ਇਸ ਦਰਦ ਦੀ ਸ਼ੁਰੂਆਤ ਤੇ ਅੰਤ ਇੱਕ ਵੱਡਾ ਹਾਦਸਾ ਬਣ ਕੇ ਆਏ। ਸ਼ੁਰੂਆਤ ਬੜੀ ਮਾਮੂਲੀ ਸੀ। ਖੱਬੇ ਪੈਰ ਦੇ ਅੰਗੂਠੇ ਦਾ ਨਹੁੰ ਇੱਕ ਸਵੇਰੇ ਹਿਲਦਾ ਜਿਹਾ ਲੱਗਿਆ, ਨਾਲੇ ਕੁਝ ਵੱਧ ਚਿੱਟਾ। ਮੈਂ ਹੱਥ ਲਾਇਆ ਤਾਂ ਮੇਰੇ ਹੱਥ ਚੌਣ ਨੂੰ ਫਿਰੇ। ਬਸ ਮਾੜਾ ਜਿਹਾ ਜੜ ਨਾਲ ਜੁੜਿਆ, ਹਲਕਾ ਜਿਹਾ ਹਿਲਾਇਆ, ਅੰਗੂਠੇ ਤੋਂ ਅੱਡ ਹੀ ਹੋ ਗਿਆ। ਕੋਈ ਦਰਦ ਨਹੀਂ। ਕੱਚਾ ਜਿਹਾ ਮਾਸ ਵੇਖ ਕੇ ਮੈਂ ਸੋਚਿਆ ਕਿਤੇ ਇਨਫੈਕਸ਼ਨ ਨਾ ਹੋ ਜਾਏ। ਬੀਟਾਡੀਨ ਪਾਊਡਰ ਪਾ ਲਿਆ। 2-4 ਦਿਨ ਕੁਝ ਫਰਕ ਨਾ ਪੈਂਦਾ ਵੇਖ ਇੱਕ ਡਾਕਟਰ ਨਾਲ ਸਲਾਹ ਕੀਤੀ ਤਾਂ ਉਹਨੇ ਸਰਸਰੀ ਜੀ ਨਜ਼ਰੇ ਕੋਈ ਨਾ ਕਹਿ ਕੇ ਇੱਕ ਕੋਰਸ ਐਂਟੀਬਾਇਓਟਿਕ ਦਾ ਕਰਨ ਦੀ ਸਲਾਹ ਦਿੱਤੀ। ਅੰਗੂਠੇ ਦਾ ਦਰਦ ਤੋਂ ਬਿਨਾਂ ਜ਼ਖਮ ਚਿੱਟੇ ਤੋਂ ਕਾਲਾ ਹੋਣਾ ਸ਼ੁਰੂ ਹੋ ਗਿਆ। ਹੱਡੀਆਂ ਦੇ ਡਾਕਟਰ ਨੂੰ ਮਿਲਿਆ। ਦਵਾਈ, ਮੱਲਮ, ਕੈਪਸੂਲ, ਪੱਟੀ, ਆਖਿਰ ਠੀਕ ਤਾਂ ਕੀ ਹੋਣਾ ਸੀ, ਨਾਲ ਦੀ ਉਂਗਲੀ ਵੀ ਅੰਗੂਠੇ ਨਾਲ ਆ ਰਲੀ। ਦੱਸਿਆ ਗਿਆ ਕਿ ਡਰਾਈ ਗੈਂਗਰੀਨ, ਉਂਗਲਾਂ ਦਾ ਸੁੱਕ ਜਾਣਾ, ਤੇ ਹੱਲ ਦੱਸਿਆ ਕਿ ਕੱਟਣੇ ਪੈਣਗੇ। ਅੰਗੂਠਾ ਤੇ ਨਾਲ ਦੀ ਉਂਗਲ ਕੱਟੇ ਗਏ। ਸਰਜਰੀ ਮਗਰੋਂ ਜ਼ਖਮ ਸਗੋਂ ਆਕਾਰ 'ਚ ਵੱਡਾ ਹੋ ਗਿਆ। ਸਰਜਰੀ ਵੇਲੇ ਡਾਕਟਰ ਮਦਾਨ ਬੋਲ ਵੀ ਰਹੇ ਸੀ, ਸਰਜਰੀ ਕਰਦਿਆਂ ਖੂਨ ਬਿਲਕੁਲ ਨਾ ਦੇ ਬਰਾਬਰ ਵਗ ਰਿਹਾ। ਇਹਨਾਂ ਦਿਨਾਂ 'ਚ ਹੀ ਇਹ ਦਰਦ ਪੈਰ ਤੇ ਅੱਧੀ ਲੱਤ ਦਾ ਸ਼ੁਰੂ ਹੋਇਆ। ਦਿਨੇ ਕੁਝ ਰਾਹਤ ਰਹੀ, ਰਾਤ ਹੁੰਦਿਆਂ ਹੀ ਸ਼ੁਰੂ। ਕਿਸੇ ਵੀ ਦਰਦ ਨਿਵਾਰਕ ਗੋਲੀ ਤੋਂ ਠੀਕ ਨਾ ਹੋਣ ਵਾਲਾ ਦਰਦ। ਸਰਜਰੀ ਦੇ ਡਾਕਟਰ ਦੀਪਕ ਗੁਪਤਾ ਨਾਲ ਊਸ਼ਾ ਕੰਮ ਕਰਦੀ ਸੀ। ਊਸ਼ਾ ਉਹਨਾਂ ਨਾਲ ਸਲਾਹ ਵੀ ਕਰਦੀ ਤੇ ਮਸ਼ਵਰਾ ਲੈਂਦੀ। ਕਦੇ ਕਦੇ ਮੈਂ ਵੀ ਪੁੱਛਣ ਆ ਬੈਠਦਾ। ਉਹ ਕਹਿਣ ਲੱਗੇ ਖੂਨ ਦੀ ਸਪਲਾਈ ਘੱਟ ਹੋਣ ਕਰਕੇ ਹੈ। ਸਭ ਦਿਨ ਕੁਝ ਤੁਰੇ ਫਿਰੇ ਰਹਿੰਦੇ ਹੋ, ਖੂਨ ਦੀ ਸਪਲਾਈ ਵੱਧ ਜਾਂਦੀ ਹੈ ਤੇ ਰਾਹਤ ਮਹਿਸੂਸ ਹੁੰਦੀ ਹੈ। ਉਹੀ ਜੋ ਡਾਕਟਰ ਮੈਦਾਨ ਕਹਿ ਰਹੇ ਸੀ ਕਿ ਜ਼ਖਮ ਤੱਕ ਖੂਨ ਪਹੁੰਚ ਹੀ ਨਹੀਂ ਰਿਹਾ, ਉਹਨਾਂ ਦਾ ਮਤਲਬ ਸੀ ਨਾ ਪੂਰੀ ਆਕਸੀਜਨ ਜਾ ਰਹੀ ਹੈ ਤੇ ਨਾ ਹੀ ਹੋਰ ਲੋੜੀਂਦੇ ਤੱਤ। ਇਹ ਦਰਦ ਆਕਸੀਜਨ ਦੀ ਘਾਟ ਕਾਰਨ ਇੱਕ ਚੀਕ ਸੀ। ਜਿਹਨੂੰ ਪਤਾ ਲੱਗਦਾ ਉਹ ਆਪਣੇ ਆਪਣੇ ਮੁਤਾਬਕ ਸੁਝਾਅ ਦਿੰਦੇ। ਕੋਈ ਲੱਤਾਂ ਦੀ ਮਾਲਿਸ਼ ਕਰਨ ਲਈ ਕਹਿੰਦਾ, ਉਹ ਵੀ ਥੱਲੇ ਤੋਂ ਉੱਪਰ, ਤੇ ਕੋਈ ਬੈੱਡ 'ਤੇ ਪਏ ਲੱਤਾਂ ਦੀ ਸਾਈਕਲਿੰਗ ਵਾਲੀ ਕਸਰਤ ਸੁਝਾਅ ਦਿੰਦਾ। ਡਾਕਟਰ ਵੱਲੋਂ ਖੂਨ ਦੀਆਂ ਨਾੜਾਂ ਨੂੰ ਕੁਝ ਵੱਧ ਮੋਕਲਾ ਕਰਨ ਵਾਲੀ ਦਵਾਈ ਦਿੱਤੀ ਜਾਂਦੀ ਜਾਂ ਕੋਈ ਵੱਖਰਾ ਦਰਦ ਨਿਵਾਰਕ, ਪਰ ਫਰਕ ਨਾ ਦੇ ਬਰਾਬਰ ਪੈ ਰਿਹਾ ਸੀ। ਇਸ ਦੌਰਾਨ ਇੱਕ ਸਲਾਹ ਇਹ ਆਈ ਕਿ ਡਾਕਟਰ ਰੰਧਾਵਾ ਦੀ ਸਲਾਹ ਲੈ ਕੇ ਦੇਖੋ, ਜੋ ਦਿਲ ਦੇ ਮਰੀਜ਼ਾਂ ਨੂੰ ਬਾਈਪਾਸ ਸਰਜਰੀ ਤੋਂ ਬਚਾਉਂਦੇ ਸੀ। ਆਪਣੀ ਤਕਨੀਕ ਤੇ ਦਵਾਈਆਂ ਨਾਲ ਬੰਦ ਨਾੜਾਂ ਨੂੰ ਖੋਲ੍ਹ ਸਕਣ ਦੀ ਕਾਬਲੀਅਤ ਵਾਲੇ ਮਾਹਰ ਮੰਨੇ ਜਾਂਦੇ ਸੀ। ਡਾਕਟਰ ਰੰਧਾਵਾ ਨੂੰ ਮਿਲੇ ਤਾਂ ਉਹਨਾਂ ਨੇ ਆਪਣਾ ਇਲਾਜ ਸੁਝਾਇਆ ਤੇ ਨਾਲ ਹੀ ਹੱਡੀਆਂ ਜਾਂ ਸਰਜਰੀ ਦੇ ਡਾਕਟਰਾਂ ਤੋਂ ਦੂਰੀ ਬਣਾ ਕੇ ਰੱਖਣ ਦਾ ਸੁਝਾਅ ਦਿੱਤਾ ਤੇ ਕਿਹਾ, ਇਹਨਾਂ ਦੇ ਵੱਸ ਪੈ ਗਏ ਤਾਂ 2 ਉਂਗਲਾਂ ਤਾਂ ਕੱਟੀਆਂ ਜਾ ਚੁੱਕੀਆਂ ਨੇ, ਬਾਕੀ ਵੀ ਇੱਕ ਇੱਕ ਕਰਕੇ ਕੱਟ ਦੇਣਗੇ। ਮੈਂ ਇਹਨਾਂ ਨੂੰ ਗੰਢੇਰੀਆਂ ਵਾਂਗ ਅੰਗ ਕੱਟਦੇ ਦੇਖਿਆ। ਡਾਕਟਰ ਰੰਧਾਵਾ ਦੀ ਇਲਾਜ ਪੱਧਤੀ ਮੈਨੂੰ ਤਸੱਲੀ ਬਖਸ਼ ਨਾ ਲੱਗੀ ਤੇ ਉਹ ਜਾਰੀ ਨਾ ਰਹੀ। ਦਰਦ ਤੇ ਜ਼ਖਮ ਬਣੇ ਹੋਏ ਸੀ। ਹਾਲਾਤ ਵੈਸੇ ਦੇ ਵੈਸੇ ਬਣੇ ਰਹਿਣ ਤਾਂ ਸਲਾਹਾਂ ਵੀ ਵੱਧ ਮਿਲਦੀਆਂ, ਲੋੜ ਵੀ ਹੁੰਦੀ ਹੈ। ਸਲਾਹ ਦੇਣ ਵਾਲੇ ਵੀ ਤੁਹਾਡੇ ਪ੍ਰਤੀ ਫਿਕਰਮੰਦੀ ਦੀ ਆਪਣੀ ਭੂਮਿਕਾ ਹੈ।
ਹੁਣ ਤਾਂ ਵਿਗਿਆਨਕ ਖੋਜਾਂ ਨੇ ਸਿੱਧ ਕੀਤਾ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਪੁੱਛਣ ਵਾਲੇ, ਫਿਕਰ ਦਰਸਾਉਣ ਵਾਲੇ ਲੋਕ ਵੱਧ ਮਿਲਦੇ ਹੈ, ਉਹ ਛੇਤੀ ਠੀਕ ਹੁੰਦੇ ਹੈ। ਪਰ ਇਹ ਮੇਲ ਜੋਲ, ਆਪਸੀ ਸਰੋਕਾਰ ਇਲਾਜ ਦੇ ਨਾਲ ਕੰਮ ਆਉਂਦਾ ਹੈ। ਇਲਾਜ ਕੋਈ ਮਿਲ ਨਹੀਂ ਸੀ ਰਿਹਾ। ਇਸੇ ਭਟਕਣ ਤੇ ਇਲਾਜ ਦੇ ਸਿਲਸਿਲੇ 'ਚ ਅਮਨਦੀਪ ਹਸਪਤਾਲ ਦੇ ਡਾਕਟਰ ਰਵੀ ਮਹਾਜਨ ਦੀ ਸਲਾਹ ਲੈਣ ਲਈ ਪਹੁੰਚੇ। ਉਹਨਾਂ ਨੇ ਕਲਰ ਡਾਪਲਰ ਕਰਵਾਉਣ ਲਈ ਕਿਹਾ। ਉਸ ਨਾਲ ਤਸਵੀਰ ਸਪਸ਼ਟ ਹੋਈ ਕਿ ਲੱਤ ਤੋਂ ਪੈਰ ਤੱਕ ਜਾਂਦੀ ਖੂਨ ਦੀ ਨਾੜ ਪੈਰ ਦੇ ਅੱਧ ਤੋਂ ਅੱਗੇ ਬਿਲਕੁਲ ਹੀ ਬੰਦ ਹੈ। ਉਹਨਾਂ ਨੇ ਵੀ ਦਵਾਈਆਂ ਜਾਰੀ ਰੱਖੀਆਂ ਤੇ ਜ਼ਖਮ ਸਾਫ਼ ਕਰਕੇ ਪੱਟੀਆਂ ਵੀ ਕਰਦੇ ਰਹੇ। ਇਹਨਾਂ ਦਿਨਾਂ 'ਚ ਫੇਰ ਤੋਂ ਡਾਕਟਰ ਮਦਾਨ ਮਿਲੇ ਤਾਂ ਉਹਨਾਂ ਨੇ ਕਲਰ ਡਾਪਲਰ ਦੀ ਰਿਪੋਰਟ ਦੇ ਮੱਦੇ-ਨਜ਼ਰ ਇੱਕ ਰਾਏ ਦਿੱਤੀ ਕਿ ਦਿੱਲੀ 'ਚ ਇੱਕ ਡਾਕਟਰ ਹੈ ਜੋ ਰੀੜ੍ਹ ਦੀ ਹੱਡੀ 'ਚ ਟੀਕਾ ਲਾਉਂਦਾ ਹੈ ਤੇ ਖੂਨ ਦੀਆਂ ਨਾੜੀਆਂ ਦੀ ਖੁੱਲ੍ਹਣ ਸੁੰਗੜਨ ਦੀ ਪ੍ਰਕਿਰਿਆ ਵਿੱਚੋਂ ਸੁੰਗੜਨ ਵਾਲੀ ਪ੍ਰਕਿਰਿਆ ਨੂੰ ਰੋਕ ਲੱਗ ਜਾਂਦੀ ਹੈ ਤੇ ਇਸ ਤਰ੍ਹਾਂ ਖੂਨ ਦੀ ਸਪਲਾਈ ਨਿਰੰਤਰ ਇਕਸਾਰ ਰਹਿਣ ਨਾਲ ਇਸ ਦਰਦ ਦੇ ਘਟ ਜਾਣ ਦਾ ਤੇ ਜ਼ਖਮ ਠੀਕ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਬਾਰੇ ਵਿਚਾਰ ਹੋ ਰਹੀ ਸੀ। ਦਿੱਲੀ ਦੇ ਡਾਕਟਰ ਨਾਲ ਸੰਪਰਕ ਕਰਨਾ ਸੀ ਤੇ ਤਾਰੀਖ ਤੈਅ ਕਰਨੀ ਸੀ ਕਿ ਇੱਕ ਹੋਰ ਮਸ਼ਵਰਾ ਡਾਕਟਰ ਰਵੀ ਮਹਾਜਨ ਨੇ ਦਿੱਤਾ ਕਿ ਇੱਕ ਵਾਰੀ ਫੋਰਟਿਸ ਹਸਪਤਾਲ ਦੇ ਹਾਰਟ ਸਪੈਸ਼ਲਿਸਟ ਡਾਕਟਰ ਕਪਿਲਾ ਨਾਲ ਗੱਲ ਕਰਕੇ ਦੇਖੋ ਕਿ ਪੈਰ ਦੀ ਬਾਈਪਾਸ ਸਰਜਰੀ ਹੋ ਸਕੇ। ਪੈਰ ਦੀ ਖੂਨ ਦੀ ਨਾੜ ਜੋ ਬਲੌਕ ਸੀ, ਡਾਕਟਰ ਕਪਿਲਾ ਨੇ ਆਪਣੇ ਹਸਪਤਾਲ ਤੋਂ ਇੱਕ ਨਵੀਂ ਕਾਲਰ ਡਾਪਲਰ ਲਈ ਭੇਜਿਆ ਤਾਂ ਰੇਡੀਓਲੋਜਿਸਟ ਨੇ ਪਹਿਲੀ ਰਿਪੋਰਟ ਵੇਖ ਕੇ ਡਾਕਟਰ ਕਪਿਲਾ ਨੂੰ ਫੋਨ ਕੀਤਾ ਕਿ ਰਿਪੋਰਟ ਤਾਂ ਇਹ ਵੀ ਠੀਕ ਹੈ ਤੇ ਤਾਜ਼ਾ ਹੈ, ਪਰ ਬਾਈਪਾਸ ਸਰਜਰੀ ਦਾ ਸਕੋਪ ਕਿੱਥੇ ਹੈ? ਇਹ ਨਾੜ ਕੱਟ ਵੱਢ ਕੇ ਨਵੀਂ ਜੋੜਾਂਗੇ ਕਿਹਦੇ ਨਾਲ? ਕਹਿਣ ਤੋਂ ਮਤਲਬ ਸੀ ਅੱਗੇ ਦਾ ਪੈਰ ਮੁੱਕ ਜਾਣਾ ਹੈ। ਕੋਈ ਵੀ ਉਸ ਕਿਸਮ ਦੀ ਨਾੜ ਹੈ ਨਹੀਂ। ਇਸ ਤਰ੍ਹਾਂ ਇਹ ਮਿਸ਼ਨ ਵੀ ਕਾਮਯਾਬ ਨਾ ਹੋਇਆ। ਨਾਲੋਂ ਨਾਲ ਹੋਰ ਉਪਾਅ ਕਰਨ ਬਾਰੇ ਵੀ ਸਲਾਹਾਂ ਮਿਲਦੀਆਂ ਰਹੀਆਂ। ਮੇਰੀ ਛੋਟੀ ਭੈਣ ਗੰਗਾ ਨਗਰ ਰਾਜਸਥਾਨ ਵਿਆਹੀ ਹੈ। ਸਾਡਾ ਭਣਵਈਆ ਗੰਗਾ ਨਗਰ ਦੇ ਇੱਕ ਡਾਕਟਰ 'ਤੇ ਬਹੁਤ ਵਿਸ਼ਵਾਸ ਕਰਦਾ ਰਿਹਾ। ਉਸ ਡਾਕਟਰ ਨੂੰ ਅੰਗਰੇਜ਼ੀ ਦਵਾਈਆਂ ਤੋਂ ਸਿਵਾਏ ਬਾਕੀ ਸਭ ਗਿਆਨ ਸੀ। ਆਯੁਰਵੈਦ, ਐਕਿਊਪ੍ਰੈਸ਼ਰ, ਚੁੰਬਕੀ, ਨੈਚੁਰੋਪੈਥੀ ਆਦਿ। ਭੈਣ ਭਣਵਈਆ ਮਿਲਣ ਆਏ ਤਾਂ ਉਸ ਡਾਕਟਰ ਨੂੰ ਵੀ ਨਾਲ ਬਿਠਾ ਲਿਆ। ਉਹ 2 ਵੱਡੇ ਚੁੰਬਕ ਲਿਆਏ ਤੇ ਉਹਨਾਂ 'ਤੇ ਪੈਰ ਰੱਖ ਕੇ ਬੈਠਣ ਨੂੰ ਕਿਹਾ। ਮਕਸਦ ਸੀ ਚੁੰਬਕੀ ਸ਼ਕਤੀ ਨਾਲ ਨਾੜਾਂ ਦਾ ਖੂਨ ਖਿੱਚਿਆ ਜਾਏਗਾ ਕਿਉਂ ਜੋ ਉਸ ਵਿੱਚ ਆਇਰਨ ਹੁੰਦਾ ਹੈ ਤੇ ਨਾਲ ਹੀ ਵੀਟ ਗ੍ਰਾਸ ਵਰਤਣ ਲਈ ਕਿਹਾ। ਸਾਡੇ ਘਰ ਦੀ ਮੇਡ ਜਸਬੀਰ ਇੱਕ ਦਿਨ ਐਲੋਵੇਰਾ ਦੇ ਡੰਡਲ ਕੱਟ ਲਿਆਈ ਕਿ ਜ਼ਖਮਾਂ 'ਤੇ ਲਾਉਣ। ਪੱਟੀ ਕਰਨ ਨਾਲ ਜ਼ਖਮ ਛੇਤੀ ਰਾਜੀ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਘਰ ਦੇ ਬਿਲਕੁਲ ਸਾਹਮਣੇ ਗੇਟ ਬਖਸ਼ੀਸ਼ ਸਿੰਘ ਜੋ ਕਿ ਇੱਥੋਂ 15 ਕਿਲੋਮੀਟਰ ਦੂਰ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹੈ ਤੇ ਬੱਚਿਆਂ ਕਰਕੇ ਇੱਕ ਘਰ ਸ਼ਹਿਰ ਬਣਾ ਲਿਆ। ਪਿੰਡੋਂ ਦੇਸੀ ਨਿੰਮ ਦੇ ਪੱਤੇ ਤੋੜ ਲਿਆਏ ਤੇ ਉਹਨਾਂ ਨੂੰ ਉਬਾਲ ਕੇ ਜ਼ਖਮ ਸਾਫ਼ ਕਰਨ ਦੀ ਸਲਾਹ ਦਿੱਤੀ। ਇਹ ਫਿਕਰ ਆਪਣੀ ਭੂਮਿਕਾ ਨਿਭਾਉਂਦੇ ਰਹੇ। ਇਹਦੀ ਸੂਚੀ 'ਚ ਕਈ ਹੋਰ ਨਾਂ ਜੋੜੇ ਜਾ ਸਕਦੇ ਹੈ। ਇਸ ਤਰ੍ਹਾਂ ਦੇ ਪਿਆਰ ਦੀ ਘਾਟ ਮੈਨੂੰ ਕਦੀ ਨਹੀਂ ਰਹੀ। ਇਹਦੇ ਨਾਲ ਦਿੱਲੀ ਡਾਕਟਰ ਨਾਲ ਸੰਪਰਕ ਹੋ ਗਿਆ ਤੇ ਜਾਣ ਦਾ ਪ੍ਰੋਗਰਾਮ ਵੀ ਤੈਅ ਹੋ ਗਿਆ ਤਾਂ ਪਤਾ ਚੱਲਿਆ ਕਿ ਉਹੀ ਤਕਨੀਕ ਸਿੱਖ ਕੇ ਇੱਕ ਡਾਕਟਰ ਅੰਮ੍ਰਿਤਸਰ 'ਚ ਆ ਗਿਆ ਤੇ ਹਰਗੁਣ ਹਸਪਤਾਲ 'ਚ ਬਤੌਰ ਐਨਸਥੀਸੀਆ ਮਾਹਿਰ ਵਜੋਂ ਕਾਰਜ ਕਰਨਾ ਸ਼ੁਰੂ ਕੀਤਾ। ਉਹਨੂੰ ਮਿਲੇ ਤਾਂ ਉਹਨੇ ਦੱਸਿਆ ਕਿ ਇਹ ਮੇਰਾ ਵਿਦਿਆਰਥੀ ਰਿਹਾ ਹੈ MBBS ਦੌਰਾਨ। ਖੈਰ 150 ਬੱਚਿਆਂ ਦੀ ਕਲਾਸ 'ਚ ਅਸੀਂ ਸਾਰਿਆਂ ਨੂੰ ਯਾਦ ਨਹੀਂ ਰੱਖ ਪਾਉਂਦੇ, ਪਰ ਅਧਿਆਪਕ ਤਾਂ 2-4 ਹੀ ਹੁੰਦੇ ਹੈ। ਉਹਨੂੰ ਤਾਂ ਮੈਂ ਯਾਦ ਸੀ। ਉਹਨੇ ਰੀੜ੍ਹ ਦੀ ਹੱਡੀ 'ਚ ਟੀਕਾ ਲਾਇਆ। ਇਸ ਤਕਨੀਕ ਨੂੰ ਲੈ ਕੇ ਉਹਨੇ 2 ਗੱਲਾਂ ਕਹੀਆਂ। ਪਹਿਲੀ ਕਿ ਟੀਕਾ ਲੱਗਣ ਤੋਂ 2 ਕੁ ਹਫ਼ਤਿਆਂ ਬਾਅਦ ਇਹਦਾ ਅਸਰ ਦਿਖਣਾ ਸ਼ੁਰੂ ਹੋਏਗਾ। ਦੂਜਾ ਸੀ ਕਿ ਇਸ ਟੀਕੇ ਦਾ ਅਸਰ ਵੱਧ ਤੋਂ ਵੱਧ ਸਾਲ ਕੁ ਰਹੇਗਾ। ਖੈਰ ਜੋ ਵੀ ਹੈ, ਟੀਕੇ ਨੇ ਅਸਰ ਦਿਖਾਇਆ। ਦਰਦ ਘੱਟ ਹੋਇਆ। ਦੁਬਾਰਾ ਕਲਰ ਡਾਪਲਰ ਕਰਵਾਇਆ ਤਾਂ ਉਸ ਵਿੱਚ ਖੂਨ ਦੀ ਸਪਲਾਈ ਵਧਣ ਦੀ ਪੁਸ਼ਟੀ ਵੀ ਹੋਈ। ਜ਼ਖਮ ਅਜੇ ਵੀ ਉਸੇ ਤਰ੍ਹਾਂ ਬਣਿਆ ਹੋਇਆ ਸੀ, ਸਗੋਂ ਪੈਰ ਦੀ ਤੀਸਰੀ ਉਂਗਲੀ ਵੀ ਕਾਲੀ ਹੋਣ ਲੱਗੀ ਸੀ ਤੇ ਚੌਥੀ ਪੰਜਵੀਂ ਵੀ ਸੁੱਕ ਰਹੀਆਂ ਸੀ। ਲੋੜ ਮੁਤਾਬਕ ਖੂਨ ਦੀ ਪਹੁੰਚ ਨਹੀਂ ਹੋਈ ਸੀ ਕਿ ਜ਼ਖਮ ਠੀਕ ਹੁੰਦਾ। ਖੂਨ ਦੇ ਜ਼ਰੀਏ ਐਂਟੀਬਾਇਓਟਿਕ ਦੀ ਪਹੁੰਚ ਵੀ ਪ੍ਰਭਾਵਿਤ ਹੋ ਰਹੀ ਸੀ। ਨਵੇਂ ਕਲਰ ਡਾਪਲਰ ਨੂੰ ਵੇਖ ਕੇ ਤੇ ਜ਼ਖਮ ਦੀ ਹਾਲਤ ਦੇ ਮੱਦੇ-ਨਜ਼ਰ ਡਾਕਟਰ ਰਵੀ ਮਹਾਜਨ ਨੇ ਸਲਾਹ ਦਿੱਤੀ ਕਿ ਉਹ ਇੱਕ ਉਂਗਲ ਦੀ ਬਜਾਏ ਕਲਰ ਡਾਪਲਰ ਮੁਤਾਬਕ ਜਿੱਥੋਂ ਤੱਕ ਖੂਨ ਜਾਂਦਾ ਹੈ ਉਹ ਹੱਦ ਤੈਅ ਕਰਕੇ ਪੰਜਾ ਹੀ ਕੱਟ ਦੇਣਾ ਸਹੀ ਹੈ। ਮੈਨੂੰ ਵੀ ਗੱਲ ਠੀਕ ਲੱਗੀ। ਨਾਲੇ ਕਾਫੀ ਲੰਮਾ ਸਮਾਂ ਹੋ ਗਿਆ ਸੀ ਇਹ ਹਾਲਾਤ ਬਣੇ ਨੂੰ। ਨੌ ਉਤਰਿਆ ਸੀ ਚੁੱਪ-ਚੁਪੀਤੇ, ਕੋਈ ਦਰਦ ਨਹੀਂ। ਹੁਣ ਜਾ ਕੇ ਪਤਾ ਚੱਲਦਾ ਹੈ ਦਰਦ ਦੀ ਅਹਿਮੀਅਤ ਦਾ। ਜੇ ਅੰਗੂਠੇ ਦੇ ਬੇਜਾਨ ਹੋਣ ਦੀ ਸ਼ੁਰੂਆਤ ਪਤਾ ਚੱਲ ਜਾਂਦੀ, ਮਾੜੀ ਮੋਟੀ ਚੀਜ਼ ਪੈਂਦੀ, ਕੋਈ ਦਰਦ ਹੁੰਦਾ, ਹਰਕਤ 'ਚ ਆ ਜਾਂਦੇ। ਮੈਡੀਕਲ ਵਿਗਿਆਨ 'ਚ ਦਰਦ ਨੂੰ ਬਹੁਤ ਲਾਭਕਾਰੀ ਲੱਛਣ ਮੰਨਿਆ ਜਾਂਦਾ ਹੈ। ਵੈਸੇ ਹੈ ਵੀ। ਜੇ ਇਹ ਲਗਾਤਾਰ ਮਹਿਸੂਸ ਹੋਵੇ ਤਾਂ ਇਲਾਜ ਸੰਭਵ ਹੋਵੇ।
ਸਾਡੇ ਇੱਕ ਪ੍ਰੋਫੈਸਰ ਗੁਰਦੇ ਦੀਆਂ ਬਿਮਾਰੀਆਂ ਬਾਰੇ ਪੜ੍ਹਾਉਂਦੇ ਕਿਹਾ ਕਰਦੇ ਸੀ, ਘੁੱਟ-ਘੁੱਟ ਕੇ ਮਰ ਜਾਂਦੀ ਹੈ, ਆਪਣਾ ਦਰਦ ਕਿਸੇ ਨੂੰ ਨਹੀਂ ਸੁਣਾਉਂਦੀ। ਸੁਨੇਹਾ ਇਹ ਹੈ ਕਿ ਜੋ ਬਿਮਾਰੀ ਚੁੱਪ-ਚਾਪ ਵੱਧਦੀ ਹੈ, ਉਹ ਇੱਕ ਵੱਡੇ ਨੁਕਸਾਨ ਵੱਲ ਲੈ ਜਾਂਦੀ ਹੈ। ਤਕਰੀਬਨ 2 ਕੁ ਹਫ਼ਤੇ ਹਸਪਤਾਲ ਰਹਿਣਾ ਸੀ। ਟਾਂਕੇ ਕੱਟਣ ਤੋਂ ਬਾਅਦ ਛੁੱਟੀ ਮਿਲਣੀ ਸੀ। ਇਸ ਦੌਰਾਨ ਇੱਕ ਹਾਦਸਾ ਹੋਰ ਵਾਪਰਿਆ। ਆਪਰੇਸ਼ਨ ਤੋਂ ਅਗਲੇ ਦਿਨ ਮੇਰੀ ਇੱਕ ਬਾਂਹ 'ਤੇ ਖੂਨ ਚੜ੍ਹਾਇਆ ਹੋਇਆ ਸੀ। ਉਹਦੇ ਮੁੱਕਣ ਮਗਰੋਂ ਗਲੂਕੋਜ਼ ਦੀ ਬੋਤਲ ਲਾਉਣੀ ਸੀ। ਬਾਅਦ ਦੁਪਹਿਰ 'ਤੇ ਆਈ ਡਿਊਟੀ ਨਰਸ ਨੇ ਫਾਈਲ ਆਰਡਰ ਦੇਖ ਮੇਰੀ ਦੂਜੀ ਬਾਂਹ 'ਤੇ ਗਲੂਕੋਜ਼ ਲਗਾ ਦਿੱਤਾ। ਇੱਕ ਕਾਰਨ ਇਹ ਵੀ ਸੀ ਕਿ ਉਸ 'ਚ ਦਵਾਈ ਪਾਉਣੀ ਸੀ ਜਿਹਦਾ ਵਕਤ ਹੋ ਚੱਲਿਆ ਸੀ। ਸ਼ਾਮ ਢਲਦੇ ਮੈਨੂੰ ਔਖੇ ਸਾਹ ਆਉਣ ਲੱਗੇ। ਸਟਾਫ ਨਰਸ ਨੂੰ ਬੁਲਾਇਆ, ਡਾਕਟਰ ਨੂੰ ਫੋਨ ਕੀਤਾ। ਇਸੇ ਦੌਰਾਨ ਐਮਰਜੈਂਸੀ ਆਪਰੇਸ਼ਨ ਲਈ ਬੁਲਾਏ ਗਏ ਡਾਕਟਰ ਅਰੋੜਾ ਆਏ ਹੋਏ ਸੀ। ਉਹਨਾਂ ਨੂੰ ਦੱਸਿਆ ਗਿਆ। ਉਹਨਾਂ ਨੇ ਮੇਰੀ ਹਾਲਤ ਵੇਖ ਖੂਨ ਦੀ ਆਕਸੀਜਨ ਦਾ ਟੈਸਟ ਕਰਨ ਲਈ ਖੂਨ ਦਾ ਸੈਂਪਲ ਲਿਆ ਅਤੇ ਨਾਲ ਹੀ ਮੈਨੂੰ ICU 'ਚ ਸ਼ਿਫਟ ਕਰਵਾ ਦਿੱਤਾ। ICU ਜੇਕਰ ਇਸੇ ਤਰ੍ਹਾਂ ਕਿਸੇ ਨੂੰ ਕਹੋ ICU ਮਤਲਬ ਮੈਂ ਤੁਹਾਨੂੰ ਵੇਖ ਲਵਾਂਗਾ ਅਤੇ ਜਾਂ ਮੈਂ ਤੁਹਾਨੂੰ ਦੇਖ ਰਿਹਾ, ਇਹ ਸ਼ਾਬਦਿਕ ਅਰਥ ਹੈ, ਪਰ ਮੈਡੀਕਲ 'ਚ ਇਹਦਾ ਨਾਂ ਹੈ ਇੰਟੈਂਸਿਵ ਕੇਅਰ ਯੂਨਿਟ, ਭਾਵ ਮੁਸਤੈਦੀ ਨਾਲ ਸਾਂਭ ਸੰਭਾਲ ਦੀ ਥਾਂ। ਜੋ ਮਰਜ਼ੀ ਬਣਾ ਲਓ, ਪਰ ਕਿਸੇ ਆਮ ਵਿਅਕਤੀ ਲਈ ਤਾਂ ਹਸਪਤਾਲ ਦਾਖਲ ਹੋਣ ਦੀ ਖਬਰ ਹੀ ਕਹਾਊ ਹੈ। ICU ਤਾਂ ਨਿਸ਼ਚਿਤ ਹੀ ਡਰਾਉਂਦਾ ਹੈ। ਊਸ਼ਾ ਘਬਰਾ ਗਈ ਅਤੇ ਫੌਰੀ ਤੌਰ 'ਤੇ ਉਹਦੇ ਦਿਮਾਗ 'ਚ ਇੱਕ ਨਾਂ ਆਇਆ, ਮੇਰਾ ਮੈਡੀਕਲ ਕਾਲਜ ਦਾ ਜਮਾਤੀ ਵਿਮਲ ਸੀਕਰੀ। ਉਹਨੂੰ ਫੋਨ ਕੀਤਾ ਅਤੇ ਉਹਨੇ ਹੌਸਲਾ ਦਿੱਤਾ ਜਿਹਦੀ ਵੱਡੀ ਲੋੜ ਸੀ। ਮੇਰੇ ਪੈਰਾਂ ਦੇ ਆਪਰੇਸ਼ਨ ਦੀ ਖਬਰ ਬਾਰੇ ਕਈ ਜਾਣਦੇ ਸੀ। ਇੱਕ ਕਾਰਨ ਸੀ ਕਿ ਉਸ ਦਿਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ ਚੋਣਾਂ ਸੀ ਅਤੇ ਮੈਂ ਵੀ ਉਸ ਵਿੱਚ ਇੱਕ ਉਮੀਦਵਾਰ ਵਜੋਂ ਪੇਪਰ ਭਰੇ ਸੀ। ਵੋਟਾਂ ਪੈ ਰਹੀਆਂ ਸੀ ਅਤੇ ਮੈਂ ਆਪਰੇਸ਼ਨ ਥੀਏਟਰ 'ਚ ਸੀ। ਉਂਝ ਵੀ ਮੈਂ ਤਕਰੀਬਨ 6 ਵਾਰ 3 ਵਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ 3 ਵਾਰੀ ਅਕਾਦਮੀ ਲਈ ਪਰਚੇ ਭਰੇ ਹਨ, ਪਰ ਮੈਂ ਕਿਸੇ ਨੂੰ ਵੋਟ ਪਾਉਣ ਲਈ ਕਹਿਣ ਤੋਂ ਹਿਚਕਚਾਹਟ ਮਹਿਸੂਸ ਕੀਤੀ ਹੈ। ਲੇਖਕਾਂ ਦੀਆਂ ਚੋਣਾਂ, ਸਾਰੇ ਇੱਕ ਦੂਜੇ ਨੂੰ ਜਾਣਦੇ, ਆਪੇ ਸੋਚ ਸਮਝ ਕੇ ਵੋਟਾਂ ਪਾਉਣ। ਵੋਟਾਂ ਪੈ ਗਈਆਂ, ਨਤੀਜਾ ਸ਼ਾਮੀ ਆ ਗਿਆ। ਸਵੇਰੇ ਬਟਾਲੇ ਤੋਂ ਡਾਕਟਰ ਅਨੂਪ ਸਿੰਘ ਮੇਰੇ ਪੈਰ ਦੇ ਆਪਰੇਸ਼ਨ ਕਰਕੇ ਪਤਾ ਲੈਣ ਆਏ ਅਤੇ ਨਾਲ ਵੋਟਾਂ ਦਾ ਨਤੀਜਾ ਦੱਸਣ। ਮੈਂ ICU 'ਚ ਸੀ ਅਤੇ ਮੁਲਾਕਾਤ ਤਾਂ ਹੋਈ ਨਾ, ਪਰ ਮਿਲ ਕੇ ਊਸ਼ਾ ਨੂੰ ਕਹਿੰਦੇ, ਕੋਈ ਨਾ ਜੀ, ਇਲੈਕਸ਼ਨ ਜਿੱਤ ਆਏ ਆ, ਇਸ ਵਿੱਚੋਂ ਵੀ ਜਿੱਤ ਜਾਵਾਂਗੇ। 2 ਹਫ਼ਤੇ ਬਾਅਦ ਟਾਂਕੇ ਕੱਟੇ ਗਏ ਅਤੇ ਘਰ ਆ ਗਏ। ਇਸ ਆਪਰੇਸ਼ਨ ਨਾਲ ਬਣਿਆ ਜ਼ਖਮ 90% ਠੀਕ ਸੀ। ਬੰਦ ਖੂਨ ਦੀ ਨਾੜ ਦੀ ਸੇਧ ਵੱਲ ਆਉਂਦੀ ਥਾਂ 'ਤੇ ਅੱਧਾ ਕੁ ਇੰਚ ਵਾਲੀ ਥਾਂ ਤੋਂ ਜ਼ਖਮ ਜੁੜਿਆ ਨਹੀਂ ਸੀ। ਟਾਂਕੇ ਖੁੱਲ੍ਹੇ ਤਾਂ ਜ਼ਖਮ ਵੀ ਖੁੱਲ੍ਹ ਗਿਆ। ਇਹਦੇ ਲਈ ਲਗਾਤਾਰ ਪੱਟੀਆਂ ਕਰਵਾਉਣ ਆਉਣਾ ਪਿਆ। ਬਾਰ-ਬਾਰ ਇਨਫੈਕਸ਼ਨ ਹੋ ਜਾਏ, ਦਵਾਈਆਂ ਬਦਲੀਆਂ, ਪਰ ਜ਼ਖਮ ਦਾ ਠੀਕ ਨਾ ਹੋਣਾ ਹੀ ਮੁੱਖ ਵਜ੍ਹਾ ਸੀ। ਇੱਕ ਵਾਰੀ ਆਪਰੇਸ਼ਨ ਥੀਏਟਰ ਜਾ ਕੇ ਜ਼ਖਮ ਨੂੰ ਸਾਫ਼ ਕੀਤਾ, ਉਹਨੂੰ ਹਰਾ ਕੀਤਾ ਕਿ ਖੂਨ ਦੀ ਪਹੁੰਚ ਠੀਕ ਹੋ ਸਕੇ। ਪੈਰਾਂ ਵੱਲ ਖੂਨ ਖਿੱਚਣ ਵਾਲੀ ਸਕਸ਼ਨ ਮਸ਼ੀਨ ਵੀ ਲਗਾਈ। ਇਸ ਲੰਮੇ ਸਮੇਂ ਦੌਰਾਨ ਮੈਂ ਡਿਊਟੀ 'ਤੇ ਆਉਣ ਲੱਗ ਪਿਆ। ਸਾਹਿਤਕ ਸਮਾਗਮਾਂ, ਖਾਸ ਕਰ ਮਿੰਨੀ ਤ੍ਰੈਮਾਸਿਕ ਦੇ ਜੁਗਨੂਆਂ ਦੇ ਅੰਗ ਸੰਗ ਅਤੇ ਇੱਕ ਅੰਤਰਰਾਸ਼ਟਰੀ ਸਮਾਗਮ ਵਿੱਚ ਵੀ ਸ਼ਾਮਲ ਹੋਇਆ। ਭਾਵੇਂ ਪੱਟੀਆਂ ਕਰਨ ਦਾ ਸਾਰਾ ਸਮਾਨ ਨਾਲ ਰੱਖਦਾ, ਜ਼ਖਮ, ਖੂਨ ਦੀ ਘਾਟ, ਦਰਦ ਸਭ ਸੀ, ਪਰ ਨਿਮਨ ਦਰਜੇ 'ਤੇ। ਖੂਨ ਦੀ ਸਕਸ਼ਨ ਮਸ਼ੀਨ ਨਾਲ ਜ਼ਖਮ ਠੀਕ ਹੋਣ ਦੇ ਰਾਹ ਪਿਆ। ਦਰਦ ਉਸ ਤੀਬਰਤਾ ਵਾਲਾ ਨਹੀਂ ਸੀ। ਰੀੜ੍ਹ ਦੀ ਹੱਡੀ 'ਚ ਲੱਗੇ ਟੀਕੇ ਨਾਲ ਕਾਫੀ ਰਾਹਤ ਸੀ। ਨਾਲੇ ਖੂਨ ਦੀਆਂ ਨਾੜਾਂ ਖੁੱਲ੍ਹਣ ਲੱਗ ਪਈਆਂ। ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਵੀ ਚੱਲ ਰਹੀਆਂ ਸੀ। ਇਹਨਾਂ ਦਿਨਾਂ 'ਚ ਇੱਕ ਹੋਰ ਘਟਨਾ ਆ ਜੁੜੀ। ਜਿਸ ਤਰ੍ਹਾਂ ਦੱਸਿਆ ਕਿ ਊਸ਼ਾ ਨੂੰ ਸਰਵਾਈਕਲ ਅਤੇ ਸੀਐਟਿਕਾ ਦੀ ਸਮੱਸਿਆ ਹੈ। ਇਹਦੇ ਲਈ ਉਹਦੀ ਇੱਕ ਸਹੇਲੀ ਨੇ ਐਕਿਊਪ੍ਰੈਸ਼ਰ ਵਾਲੇ ਡਾਕਟਰ BM ਸਿੰਘ ਬਾਰੇ ਦੱਸਿਆ, ਜਿੱਥੋਂ ਖੁਦ ਇੱਕ ਬੁਰੀ ਅਵਸਥਾ 'ਚੋਂ ਬਾਹਰ ਨਿਕਲੀ ਸੀ। ਅਸੀਂ ਡਾਕਟਰ BM ਸਿੰਘ ਨੂੰ ਮਿਲੇ। ਮੈਂ ਵੀ ਨਾਲ ਹੀ ਹੁੰਦਾ ਸੀ ਜਦੋਂ ਊਸ਼ਾ ਦੀ ਥੈਰੇਪੀ ਹੁੰਦੀ। ਉਹਨਾਂ ਨੂੰ ਮੇਰੀ ਹਾਲਤ ਬਾਰੇ ਪਤਾ ਚੱਲਿਆ, ਪਰ ਉਹਨਾਂ ਨੇ ਮੇਰੇ ਲਈ ਕਿਸੇ ਤਰ੍ਹਾਂ ਦੀ ਹੋਮਿਓਪੈਥੀ ਦਵਾਈ ਤਾਂ ਨਾ ਸੁਝਾਈ। ਪਰ ਮੇਰੇ ਪੈਰਾਂ ਦੇ ਦਰਦ ਬਾਰੇ ਜਦੋਂ ਗੱਲ ਹੋਈ ਤਾਂ ਉੱਥੇ ਪਈ ਵਾਈਬ੍ਰੇਟਰ ਮਸ਼ੀਨ 'ਤੇ ਮੈਨੂੰ 10 ਮਿੰਟ ਪੈਰ ਰੱਖ ਕੇ ਬੈਠਣ ਲਈ ਕਿਹਾ। ਮੈਂ ਉਸ ਮਸ਼ੀਨ ਦਾ ਲਿਟਰੇਚਰ ਪੜ੍ਹਿਆ। ਇੱਕ ਪੈਂਫਲੇਟ ਸੀ ਉਸ ਬਾਰੇ। ਕੰਪਨੀ ਦਾ ਦਾਅਵਾ ਸੀ ਕਿ ਇਹਦੀ ਤੇਜ਼ ਰਫ਼ਤਾਰ ਵਾਲੇ ਤਰੀਕੇ 'ਤੇ 15 ਮਿੰਟ ਪੈਰਾਂ ਨੂੰ ਉਸ ਤਲ 'ਤੇ ਰੱਖਣ ਨਾਲ 15 ਕਿਲੋਮੀਟਰ ਜਿੰਨੀ ਸੈਰ ਦਾ ਫਾਇਦਾ ਮਿਲਦਾ ਹੈ। ਮੈਨੂੰ ਇੱਕ ਗੱਲ ਤਾਂ ਜਚੀ, ਭਾਵੇਂ 15 ਕਿਲੋਮੀਟਰ ਨਾ ਸਹੀ। ਜ਼ਖਮ ਤੇ ਦਰਦ ਦਾ ਮੁੱਖ ਕਾਰਨ ਖੂਨ ਦੀ ਪਹੁੰਚ ਵਿੱਚ ਕਮੀ ਸੀ ਅਤੇ ਚੱਲਣਾ ਫਿਰਨਾ ਹੋਰ ਵੀ ਘੱਟ ਹੋ ਰਿਹਾ ਸੀ। ਮੈਂ ਡਾਕਟਰ BM ਸਿੰਘ ਨੂੰ ਕਿਹਾ, ਮਸ਼ੀਨ ਮੈਨੂੰ ਮੰਗਵਾ ਕੇ ਦੇ ਸਕਦੇ ਹੋ? ਉਹਨਾਂ ਨੇ ਮੇਰੇ ਸਾਹਮਣੇ ਇਸ ਬਾਰੇ ਫੋਨ ਕੀਤਾ ਅਤੇ ਮਸ਼ੀਨ ਮੰਗਵਾ ਦਿੱਤੀ। ਅੱਜ ਤੱਕ ਤਕਰੀਬਨ 10 ਸਾਲ ਤੋਂ ਮੈਂ ਇਹ ਮਸ਼ੀਨ ਵਾਈਬ੍ਰੇਟਰ ਵਰਤ ਰਿਹਾ। ਨਤੀਜਾ ਇਹ ਹੈ ਕਿ ਖੂਨ ਦੀਆਂ ਨਾੜਾਂ ਦਾ ਘੇਰਾ ਖੋਲ੍ਹਣ ਵਾਲੀਆਂ,
ਖੂਨ ਪਤਲਾ ਕਰਨ ਵਾਲੀਆਂ, ਖੂਨ ਦੀ ਚਰਬੀ ਘੱਟ ਕਰਨ ਵਾਲੀਆਂ ਦਵਾਈਆਂ ਇੱਕ ਇੱਕ ਕਰਕੇ ਛੱਡ ਦਿੱਤੀਆਂ ਹਨ। ਨਾੜ 'ਚ ਲੱਗੇ ਟੀਕੇ ਦੀ 1 ਸਾਲ ਦੀ ਮਿਆਦ ਵੀ ਪੂਰੀ ਹੋ ਗਈ ਹੈ ਅਤੇ 10 ਸਾਲ ਤੋਂ ਉੱਪਰ ਲੰਘ ਗਏ ਹਨ। ਮੇਰੇ ਨਾਲ ਵਾਈਬ੍ਰੇਟਰ ਤੇ ਊਸ਼ਾ ਵੀ ਬੈਠ ਜਾਂਦੀ ਹੈ। ਉਹਦੀ ਸ਼ੈਟਿਕਾ ਲਈ ਵੀ ਇਹ ਮਸ਼ੀਨ ਕਾਰਗਰ ਸਿੱਧ ਹੁੰਦੀ ਹੈ। ਇਸ ਤਰ੍ਹਾਂ ਇਹ ਇੱਕ ਹੋਰ ਜ਼ਰੀਆ ਹੁੰਦਾ ਹੈ ਸਾਡੀ ਸਵੇਰ ਦੀ ਦੂਸਰੀ 10 ਮਿੰਟੀ ਸਾਂਝ ਦਾ। ਮੈਂ ਕੋਈ ਨਾ ਕੋਈ ਗੱਲ ਸ਼ੁਰੂ ਕਰ ਲੈਂਦਾ, ਮੈਂ ਕੁਝ ਨਾ ਕੁਝ ਸੋਚਦੇ ਰਹਿਣਾ। ਤੁਹਾਨੂੰ ਪਤਾ ਹੈ, ਫਿਰ ਮੌਕਾ ਹੋਵੇ ਤਾਂ ਉਹ ਬੋਲ ਵੀ ਦਿੰਦਾ। ਊਸ਼ਾ ਨਾਲ ਤਾਂ ਜੋ ਮਰਜ਼ੀ ਚੰਗਾ ਫਜ਼ੂਲ ਵਿਚਾਰ ਵੀ ਸਾਂਝਾ ਕਰਨ 'ਚ ਕੋਈ ਦਿੱਕਤ ਨਹੀਂ ਆਉਂਦੀ। ਮੈਂ ਅਕਸਰ ਕਹਿਣਾ ਸੁਣਾ ਫਿਰ ਕੋਈ ਚੰਗੀ ਜਿਹੀ ਗੱਲ। ਉਹਦਾ ਅਕਸਰ ਜਵਾਬ ਹੁੰਦਾ, ਮੇਰੇ ਕੋਲ ਕਿੱਥੇ ਗੱਲਾਂ, ਮੈਂ ਤਾਂ ਘਰੇ ਹੀ ਰਹਿੰਦੀ ਹਾਂ। ਉਹ ਤਾਂ ਹੁਣ ਦੀ ਗੱਲ ਹੈ, ਕੋਈ ਵੀ ਗੱਲ ਸੁਣਾ ਦੇ, ਬਚਪਨ ਦੀ, ਜਵਾਨੀ ਦੀ, ਸਕੂਲ ਵੇਲੇ ਦੀ, ਉਹ ਚੁੱਪ ਕਰ ਜਾਂਦੀ ਹੈ। ਤਾਂ ਮੈਂ ਕਹਿੰਦਾ ਅੱਜ ਕੱਲ੍ਹ ਕੋਈ ਨਾ ਕੋਈ ਕਿਤਾਬ ਵੀ ਸ਼ੁਰੂ ਕਰਕੇ ਰੱਖਦੀ ਹੈ, ਉਹਦਾ ਕੋਈ ਹਿੱਸਾ ਸੁਣਾ ਦੇ। ਉਹ ਸੁਣਾ ਵੀ ਦਿੰਦੀ ਹੈ ਅਤੇ ਮੈਂ ਫਿਰ ਕੁਝ ਇੱਧਰ ਉੱਧਰ ਉਸ ਗੱਲ ਦੀ ਚੀਰ ਫਾੜ ਕਰਨ ਲੱਗਦਾ। ਐਵੇਂ ਹੀ ਮੈਂ ਕਿਹਾ, ਇਹ ਥਰਥਰਾਉਣ ਵਾਲੀ ਮਸ਼ੀਨ ਤਾਂ ਸਰੀਰ ਦੇ ਜ਼ਿਆਦਾ ਅਸਰ ਕਰਦੀ ਹੈ। ਦਿਮਾਗ ਨੂੰ ਵੀ ਤਾਂ ਲੋੜ ਹੁੰਦੀ ਹੈ ਥਰਥਰਾਉਣ ਦੀ। ਪਤਾ ਹੈ ਉਹ ਕਿਵੇਂ ਹੁੰਦਾ? ਉਹ ਮੇਰੇ ਵੱਲ ਮੂੰਹ ਕਰਦੀ ਹੈ ਜਿਵੇਂ ਜਵਾਬ ਪੁੱਛ ਰਹੀ ਹੋਵੇ। ਮੈਂ ਜਵਾਬ ਦਿੰਦਾ, ਉਹ ਕਿਤਾਬਾਂ ਕਰਦੀਆਂ ਨੇ। ਮਹਿਸੂਸ ਕੀਤਾ ਕਦੀ? ਮੈਂ ਨਾਲ ਹੀ ਅੱਗੋਂ ਸਵਾਲ ਕਰ ਦਿੰਦਾ। ਫਿਰ ਜਵਾਬ ਨਾ ਆਉਣ 'ਤੇ ਕਹਿਣਾ, ਮੈਂ ਤਾਂ ਅਕਸਰ ਮਹਿਸੂਸ ਕੀਤਾ ਇਸ ਹਾਲਤ ਨੂੰ। ਪੈਰਾਂ ਵਾਲੀ ਮਸ਼ੀਨ ਰੁਕ ਜਾਂਦੀ ਹੈ। ਕੁਦਰਤ ਹਰ ਜੀਵ ਨੂੰ ਉਹਦੀ ਜੀਵਨ ਜਾਚ ਦੇ ਮੁਤਾਬਕ ਬਣਾਉਂਦੀ, ਸੰਵਾਰਦੀ ਹੈ। ਅੱਜ ਅਸੀਂ ਕਿਵੇਂ ਬੇਹਰਕਤ ਹੋਣ ਨੂੰ, ਨਿਠੱਲੇਪਨ ਨੂੰ ਇੱਕ ਵੱਡੀ ਪ੍ਰਾਪਤੀ ਮੰਨਣ ਲੱਗੇ ਹਾਂ। ਕਿੰਨੀਆਂ ਹੀ ਖੋਜਾਂ, ਰਿਮੋਟ ਕੰਟਰੋਲ, ਡਿਜੀਟਲ ਤਰੀਕੇ ਤੋਂ ਵੀ ਅੱਗੇ। ਇੱਕ ਉਂਗਲ ਦੀ ਛੋਹ ਵੀ ਹੁਣ ਜ਼ਿਆਦਾ ਲੱਗਦੀ ਹੈ ਅਤੇ ਹੁਣ ਆਵਾਜ਼ ਨਾਲ ਜਾਂ ਮਨੁੱਖੀ ਸਰੀਰ ਦੀਆਂ ਤਰੰਗਾਂ ਦੇ ਪ੍ਰਭਾਵ ਨਾਲ ਆਟੋ ਸਲਾਈਡਿੰਗ ਡੋਰ, ਆਪੇ ਖੁੱਲ੍ਹ ਬੰਦ ਹੋਣ ਵਾਲੇ ਦਰਵਾਜ਼ੇ ਆ ਗਏ ਹਨ ਅਤੇ ਅਸੀਂ ਖੁਸ਼ੀ ਨਾਲ ਖੀਵੇ ਹੋ ਰਹੇ ਹਾਂ। ਖੁਸ਼ੀ, ਖੜੀ ਰੁਕੀ, ਬੇਹਰਕਤ ਜ਼ਿੰਦਗੀ ਦੇ ਹੁੰਦਿਆਂ ਖੁਸ਼ ਰਿਹਾ ਜਾ ਸਕਦਾ ਹੈ? ਇਹ ਸਵਾਲ ਹੈ। ਖੁਸ਼ ਰਹਿਣਾ ਤੁਹਾਡੀ ਮੇਰੀ ਮਰਜ਼ੀ 'ਤੇ ਨਿਰਭਰ ਨਹੀਂ ਕਰਦਾ। ਜਿਵੇਂ ਪ੍ਰਚਾਰਿਆ ਜਾਂਦਾ ਹੈ, ਸਰੀਰ ਦੀ ਹਰਕਤ ਨਾਲ, ਥਰਥਰਾਉਣ ਨਾਲ ਇਹਦਾ ਰਿਸ਼ਤਾ ਹੈ। ਸਮਾਈਲ ਆਸਨ ਇੱਕ ਮਾਮੂਲੀ ਜਿਹੀ ਪ੍ਰਕਿਰਿਆ ਹੈ, ਪਰ ਉਂਝ ਛੋਟੀ ਜਿਹੀ ਹਰਕਤ ਦਾ ਖੁਸ਼ੀ ਨਾਲ ਵੀ ਵੱਡਾ ਸੰਬੰਧ ਹੈ। ਧੰਨਵਾਦ।